ਕਿ ਪੰਜਾਬ ਦੇ ਕਿਸੇ ਮਹਿਕਮੇ ਦੇ ਵਿੱਚ ਜਾਂ ਬੋਰਡ ਜਾਂ ਕਾਰਪੋਰੇਸ਼ਨ ਦੇ ਵਿੱਚ ਕਲਾਸ 1 ਪੋਸਟ ਦੇ ਅਧਿਕਾਰੀ ਆਊਟਸੋਰਸਿੰਗ ਦੇ ਜ਼ਰੀਏ ਰੱਖੇ ਜਾ ਸਕਦੇ ਨੇ? ਜੇ ਰੱਖੇ ਜਾ ਸਕਦੇ ਨੇ ਤੇ ਫਿਰ ਪੰਜਾਬ ਦੇ ਵਿੱਚ ਜਿਹੜੀ ਆਊਟਸੋਰਸਿੰਗ ਦੀ ਜਿਹੜੀ ਸਰਕਾਰਾਂ ਨੇ ਨੀਤੀ ਅਪਣਾਈ ਆ, ਕਹਿ ਸਕਦੇ ਕਿ ਇਹ ਬੈਕ ਡੋਰ ਐਂਟਰੀ ਆ, ਚੋਰੀ ਮੋਰੀ ਦਾ ਦਰਵਾਜ਼ਾ, ਮਤਲਬ ਆਊਟਸੋਰਸਿੰਗ ਏਜੰਸੀ। ਆਊਟਸੋਰਸਿੰਗ ਜ਼ਰੀਏ ਸਰਕਾਰ ਆਪਣੇ ਬੰਦੇ ਭਰਤੀ ਕਰ ਲੈਂਦੀ ਆ ਤੇ ਪੂਰੇ ਪੰਜਾਬ ਦੇ ਮੁੰਡੇ ਕੁੜੀਆਂ ਨੂੰ ਪਤਾ ਵੀ ਨਹੀਂ ਲੱਗਦਾ ਕਿ ਕਿਹੜੀ ਏਜੰਸੀ ਜਿਹਦਾ ਸਰਕਾਰ ਦੇ ਨਾਲ ਰਿਸ਼ਤਾ ਵਾ। ਉਹ ਰਿਸ਼ਤਾ ਅਧਿਕਾਰੀਆਂ ਦਾ ਲੈਣ ਦੇਣ ਦਾ ਹੁੰਦਾ, ਵੱਡੇ ਵੱਡੇ ਅਫਸਰਾਂ ਦਾ, ਤੇ ਆਊਟਸੋਰਸਿੰਗ ਦੇ ਜ਼ਰੀਏ ਸਰਕਾਰ ਨੇ ਨੀਤੀ ਅਪਣਾਈ ਹੋਈ ਆ। ਇਹ ਡੰਗ ਟਪਾਊ ਨੀਤੀ ਹੋ ਸਕਦੀ, ਲੇਕਿਨ ਅਫਸਰਾਂ ਨੂੰ ਮੌਜਾਂ ਲੱਗ ਜਾਂਦੀਆਂ ਨੇ। ਹੁਣ ਪੰਜਾਬ ਦੇ ਵਿੱਚ ਇੱਕ ਕਲਾਸ 1 ਅਹੁਦੇ ਤੇ SDO ਭਰਤੀ ਕੀਤੇ ਜਾਣ ਆਊਟਸੋਰਸਿੰਗ ਦੇ ਜ਼ਰੀਏ, ਤੇ ਫਿਰ ਪੰਜਾਬ ਦਾ ਰੱਬ ਰਾਖਾ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਜਿਹਦੀ ਜ਼ਿੰਮੇਵਾਰੀ ਹੈ ਪੰਜਾਬ ਦੇ ਵਾਤਾਵਰਣ ਨੂੰ ਪਲੀਤ ਹੋਣ ਤੋਂ ਬਚਾਉਣਾ, ਉਸ ਮਹਿਕਮੇ ਦੇ ਵਿੱਚ, ਉਸ ਬੋਰਡ ਦੇ ਵਿੱਚ SDO ਲੈਵਲ ਦੇ ਅਧਿਕਾਰੀ ਆਊਟਸੋਰਸਿੰਗ ਦੇ ਜ਼ਰੀਏ ਭਰਤੀ ਕੀਤੇ ਗਏ ਨੇ। ਪੰਜਾਬ ਦੇ ਉਹਨਾਂ ਮੁੰਡੇ ਕੁੜੀਆਂ ਨੂੰ ਪਤਾ ਹੀ ਨਹੀਂ ਲੱਗਾ ਜਿਨ੍ਹਾਂ ਨੇ BTech ਵਰਗੀਆਂ ਤੇ BTech ਇਨਵਾਇਰਮੈਂਟਲ ਵਰਗੀਆਂ, MSc ਇਨਵਾਇਰਮੈਂਟਲ ਵਰਗੀਆਂ ਡਿਗਰੀਆਂ ਹਾਸਲ ਕੀਤੀਆਂ ਨੇ। ਉਹਨਾਂ ਨੂੰ ਪਤਾ ਨਹੀਂ ਲੱਗਾ ਕਿ ਅਸੀਂ ਵੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਵਿੱਚ ਭਰਤੀ ਹੋ ਸਕਦੇ ਸੀ, ਅਸੀਂ ਵੀ SDO ਲੱਗ ਸਕਦੇ ਸੀ। ਲਾਜ਼ਮੀ ਤੌਰ ਤੇ ਜਿਹੜੇ ਬੰਦੇ ਰੱਖੇ ਗਏ ਨੇ, ਇਹ ਜਿਹੜੇ ਪੋਲੂਸ਼ਨ ਕੰਟਰੋਲ ਬੋਰਡ ਦੇ ਵਿੱਚ ਅਧਿਕਾਰੀ ਹੋਣਗੇ ਜਾਂ ਪੋਲੀਟੀਸ਼ੀਅਨ ਹੋਣਗੇ ਜਾਂ ਵੱਡੇ ਅਫਸਰ ਹੋਣਗੇ, ਉਹਨਾਂ ਦੇ ਸਾਖ ਸੰਬੰਧੀ ਭਰਤੀ ਹੋ ਗਏ ਹੋਣਗੇ, ਕਿਉਂਕਿ ਆਊਟਸੋਰਸਿੰਗ ਦੀ ਲਿਸਟ ਆ ਜਾਂਦੀ ਆ, ਉਹਦੇ 'ਚ ਇਹ ਆਪਣੇ ਬੰਦੇ ਪਵਾ ਲੈਂਦੇ ਨੇ। ਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਵਿੱਚ 58 ਦੇ ਕਰੀਬ JE ਤੇ SDO ਰੈਂਕ ਦੇ ਜਿਹੜੇ ਅਫਸਰ ਨੇ ਉਹ ਭਰਤੀ ਕੀਤੇ ਗਏ ਨੇ। ਇਸ ਮਹਿਕਮੇ ਦੇ ਵਿੱਚ ਜਿਹੜੇ ਭਰਤੀ ਕੀਤੇ ਜਾਂਦੇ ਨੇ ਉਹ ਹੁੰਦੇ ਨੇ JEE, ਜਿਹਨੂੰ ਜੂਨੀਅਰ ਇਨਵਾਇਰਮੈਂਟਲ ਇੰਜੀਨੀਅਰ ਕਹਿੰਦੇ ਨੇ। ਇੱਕ ਹੁੰਦਾ AEE, ਜਿਹੜਾ ਅਸਿਸਟੈਂਟ ਇਨਵਾਇਰਮੈਂਟਲ ਇੰਜੀਨੀਅਰ। ਜਿਹੜਾ ਅਸਿਸਟੈਂਟ ਇਨਵਾਇਰਮੈਂਟਲ ਇੰਜੀਨੀਅਰ ਹੁੰਦਾ ਉਹ SDO ਦੇ ਬਰਾਬਰ ਹੁੰਦਾ, ਮਤਲਬ ਕਲਾਸ 1 ਪੋਸਟ। ਤੇ ਪੰਜਾਬ ਦੇ ਵਿੱਚ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ 58 ਦੇ ਕਰੀਬ SDO ਅਤੇ JE ਭਰਤੀ ਕਰ ਲਏ ਨੇ, ਜਿਹਦੇ 'ਚ 22 JE ਦੱਸੇ ਜਾ ਰਹੇ ਨੇ, ਤੇ ਬਾਕੀ ਜਿਹੜੇ 26 ਦੇ ਕਰੀਬ ਨੇ, 36 ਦੇ ਕਰੀਬ ਨੇ, ਉਹ SDO ਭਰਤੀ ਕਰ ਲਏ ਗਏ ਨੇ। ਇਹ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਇਹ ਕਹਿ ਸਕਦੇ ਕਿ ਪ੍ਰਾਪਤੀ ਆ। ਹਾਲਾਂਕਿ ਕਲਾਸ 1 ਪੋਸਟ ਆ, ਇਹ SDO ਜਿਹੜੇ ਨੇ ਇਹ ਕੇਵਲ ਤੇ ਕੇਵਲ ਜਾਂ ਤੇ ਪੰਜਾਬ ਸਰਕਾਰ ਡਾਇਰੈਕਟ ਕੱਢ ਸਕਦੀ, ਉਹ ਵੀ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਪ੍ਰੀਵਿਊ 'ਚੋਂ ਕੱਢ ਕੇ, ਨਹੀਂ ਤੇ ਫਿਰ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਆ, ਉਹਦੇ ਜ਼ਰੀਏ ਹੀ SDO ਭਰਤੀ ਕੀਤੇ ਜਾ ਸਕਦੇ ਸੀ। ਲੇਕਿਨ ਹੁਣ ਸਰਕਾਰਾਂ ਨੇ ਚੋਰ ਮੋਰੀ ਦਰਵਾਜ਼ਾ, ਮਤਲਬ ਆਊਟਸੋਰਸਿੰਗ ਏਜੰਸੀ ਦੇ ਜ਼ਰੀਏ ਹੁਣ SDO ਲੈਵਲ ਦੇ ਅਧਿਕਾਰੀ ਵੀ ਭਰਤੀ ਕਰ ਲਏ ਨੇ। ਤੇ ਇਹ ਉਮੀਦ ਜਤਾਈ ਜਾ ਸਕਦੀ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਸਰਕਾਰ ਜਾਂ ਪੰਜਾਬ ਦੇ ਵਿੱਚ ਫਿਰ SDM, BDPO, ETO, DC, SSP ਲੈਵਲ ਦੇ ਵੀ ਜਿਹੜੇ ਨੇ ਆਊਟਸੋਰਸਿੰਗ ਤੇ ਬੰਦੇ ਭਰਤੀ ਕੀਤੇ ਜਾਣਗੇ। ਜੇ SDO ਰੈਂਕ ਦੇ ਭਰਤੀ ਹੋ ਸਕਦੇ ਨੇ ਤੇ ਫਿਰ ਜਿਹੜੀਆਂ ਕਲਾਸ 1 ਹੋਰ ਪੋਸਟਾਂ ਵਾ, ਚਾਹੇ BDPO ਹੋਵੇ, ਚਾਹੇ SDM ਹੋਵੇ, ਚਾਹੇ ਤਹਿਸੀਲਦਾਰ ਹੋਵੇ, ਚਾਹੇ ਨਾਇਬ ਤਹਿਸੀਲਦਾਰ ਹੋਵੇ, ਚਾਹੇ ETO ਹੋਵੇ ਜਾਂ ADO ਹੋਵਣ, ਇਹ ਜਿਹੜੀਆਂ ਪੋਸਟਾਂ ਨੇ ਇਹ ਵੀ ਫਿਰ ਮਤਲਬ ਆਉਣ ਵਾਲੇ ਸਮੇਂ 'ਚ ਆਊਟਸੋਰਸਿੰਗ ਦੇ ਜ਼ਰੀਏ ਹੋ ਸਕਦੀਆਂ। ਵੈਸੇ ਤਾਂ DC, SSP, IPS, IAS ਲੱਗਦੇ ਨੇ, ਪਰ ਕੀ ਲੱਗਦਾ ਕਿ ਇਦਾਂ ਦਾ ਵੀ ਭਵਿੱਖ ਦੇ ਵਿੱਚ ਹੋ ਜਾਊਗਾ ਕਿ ਫਿਰ ਇਸ ਲੈਵਲ ਦੇ ਵੀ ਜਿਹੜੇ ਅਧਿਕਾਰੀ ਨੇ ਉਹ ਆਊਟਸੋਰਸਿੰਗ ਦੇ ਜ਼ਰੀਏ ਭਰਤੀ ਕੀਤੇ ਜਾਣਗੇ। ਇਹ ਜਿਹੜੀਆਂ ਸਾਨੂੰ ਅੰਕੜੇ ਮਿਲੇ ਨੇ 58 ਦੇ ਕਰੀਬ ਰੱਖੇ ਜਾ ਰਹੇ ਨੇ। ਹਿੰਦੁਸਤਾਨ ਦੇ ਵਿੱਚ, ਇੰਡੀਆ ਦੇ ਵਿੱਚ ਘੱਟੋ ਘੱਟ ਜਿਹੜੇ ਪੋਲੂਸ਼ਨ ਕੰਟਰੋਲ ਬੋਰਡ ਹੈ, ਉੱਥੇ ਕਦੀ ਵੀ ਠੇਕੇ ਤੇ ਆਊਟਸੋਰਸਿੰਗ ਦੇ ਜ਼ਰੀਏ SDO ਭਰਤੀ ਨਹੀਂ ਕੀਤੇ ਗਏ। ਜੂਨੀਅਰ ਇਨਵਾਇਰਮੈਂਟਲ ਇੰਜੀਨੀਅਰ ਮਤਲਬ JE ਰੈਂਕ ਦੇ ਅਧਿਕਾਰੀ ਨਹੀਂ ਭਰਤੀ ਕੀਤੇ, ਲੇਕਿਨ ਪੰਜਾਬ ਦੇ ਵਿੱਚ ਐਗਜ਼ਾਮਪਲ ਸੈੱਟ ਹੋ ਗਈ ਆ। ਦੂਜਾ, ਕਿਸੇ ਨੂੰ ਪਤਾ ਨਹੀਂ ਲੱਗਾ, ਨੋਟੀਫਿਕੇਸ਼ਨ ਦਾ ਪਤਾ ਨਹੀਂ ਲੱਗਾ, ਕੰਟਰੈਕਚੁਅਲ ਇੰਪਲਾਇਮੈਂਟ ਜਾਂ ਪੰਜਾਬ 'ਚ ਇੰਨੇ ਬੇਰੁਜ਼ਗਾਰ ਮੁੰਡੇ ਨੇ, ਉਹਨਾਂ ਨੂੰ ਪਤਾ ਨਹੀਂ ਲੱਗਾ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਵਿੱਚ SDO ਤੇ JE ਦੀ ਭਰਤੀ ਨਿਕਲੀ ਆ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਇੱਕ ਪੰਜਾਬ ਵੱਲੋਂ ਪੈਨਲਡ ਏਜੰਸੀ ਆ, ਉਹਨੂੰ ਕਹਿ ਤਾ ਕਿ ਸਾਨੂੰ ਇੰਨੇ ਬੰਦੇ ਚਾਹੀਦੇ ਨੇ, ਜਿਹਦੇ 'ਚ ਆਪਣੇ ਨਾਮ ਵੀ ਪਵਾਲੇ ਹੋਣਗੇ
ਤੇ ਫਿਰ ਉਹ ਭਰਤੀ ਕਰ ਲਏ, ਬਾਕੀ ਪੰਜਾਬ ਦੇ ਮੁੰਡੇ ਕੁੜੀਆਂ ਨਾਲ ਧੋਖਾ ਹੋ ਗਿਆ। ਤੀਜਾ ਸਭ ਤੋਂ ਵੱਡੀ ਗੱਲ ਹੈ ਕਿ ਇਹਦੇ 'ਚ ਜਿਹੜੇ ਰੱਖੇ ਗਏ ਨੇ ਖਦਸ਼ੇ ਪ੍ਰਗਟ ਕੀਤੇ ਜਾ ਰਹੇ ਨੇ, ਜਿਨ੍ਹਾਂ ਨੇ ਸਾਨੂੰ ਇਹ ਜਾਣਕਾਰੀ ਦਿੱਤੀ ਆ ਕਿ ਮੋਸਟਲੀ ਜਿਹੜੇ ਇਹਨਾਂ 58 ਦੇ ਕਰੀਬ ਰੱਖੇ ਗਏ ਨੇ, ਉਹਨਾਂ 'ਚ ਜਿਹੜੇ ਬੋਰਡ ਦੇ ਵਿੱਚ ਹੋਣਗੇ ਉਹ ਚੌਧਿਆਂ ਤੇ ਜਾਂ ਜਿਨ੍ਹਾਂ ਦੀ ਸਰਕਾਰ ਆ ਉਹਨਾਂ ਦੇ ਬਲੱਡ 'ਚੋਂ ਰੱਖੇ ਗਏ ਹੋਣਗੇ, ਉਹਨਾਂ ਦੇ ਜਿਹੜੇ ਖਾਸਮ ਖਾਸ ਹੋਣਗੇ ਉਹਨਾਂ 'ਚੋਂ ਰੱਖੇ ਗਏ ਹੋਣਗੇ। ਔਰ ਹੋ ਸਕਦਾ ਕਿ ਉੱਚ ਪੱਧਰ ਦੀਆਂ ਸਿਫਾਰਿਸ਼ਾਂ ਵੀ ਹੋ ਸਕਦੀਆਂ ਜਿਸ ਨੂੰ ਕਦੇ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਹੁਣ ਜਿਹੜੀ ਇਹ ਬੈਕਡੋਰ ਐਂਟਰੀ ਆ, ਜਿਹਨੂੰ ਆਊਟਸੋਰਸਿੰਗ ਜਿਹੜੀ ਆ ਇੱਕ ਅਪਣਾ ਲਿਆ ਪੰਜਾਬ ਸਰਕਾਰ ਨੇ, ਇਹ ਜਿਹੜੀ ਪੱਕੇ ਤੌਰ ਤੇ ਬੰਦ ਹੋਣੀ ਚਾਹੀਦੀ ਆ ਕਿ ਜਿਹੜਾ ਆਊਟਸੋਰਸਿੰਗ ਕੰਪਨੀ ਨੂੰ ਦੇ ਦਿੰਦੇ ਬੰਦੇ, ਉਹ ਅੱਗੇ ਗਾਹ ਭੇਜ ਦਿੰਦੇ ਹੈਗੇ ਆ, 1 ਸਾਲ ਦਾ ਠੇਕਾ ਫਿਰ 2 ਸਾਲ ਦਾ ਠੇਕਾ। ਇਹ ਵੀ ਇੱਕ ਪੰਜਾਬ ਦੇ ਮੁੰਡੇ ਕੁੜੀਆਂ ਦੇ ਨਾਲ ਧੋਖਾ। ਔਰ ਸਭ ਤੋਂ ਵੱਡੀ ਗੱਲ ਆ ਕਿ ਇਹਨਾਂ ਦੀ ਜਿਹੜੀ ਕ੍ਰੈਡੀਬਿਲਿਟੀ ਕੀ ਹੋਏਗੀ, ਜਿਹੜੇ ਘੱਟੋ ਘੱਟ SDO ਰੈਂਕ ਦੇ ਜਿਹੜੇ ਅਸਿਸਟੈਂਟ ਐਨਵਾਇਰਨਮੈਂਟਲ ਇੰਜੀਨੀਅਰ ਹੈ, ਇਹਨਾਂ ਦੀ ਕ੍ਰੈਡੀਬਿਲਿਟੀ ਕੀ, ਇਹ ਲੀਗਲੀ ਕਿਤੇ ਸਟੈਂਡ ਕਰਦੇ ਨੇ? ਜੇ ਕਿਤੇ ਛਾਪੇ ਮਾਰਨਗੇ ਤਾਂ ਕੀ ਉਹ ਜਿਸ ਫੈਕਟਰੀ ਦੇ ਵਿੱਚ ਛਾਪੇ ਮਾਰੇ ਭੱਠੇ ਤੇ ਜਾਂ ਜਿਹੜੀਆਂ ਫੈਕਟਰੀਆਂ ਛਾਪੇ ਮਾਰਨਗੇ, ਇਹ ਜਿਹੜੇ ਰੱਖੇ ਗਏ ਨੇ ਬੰਦੇ SDO ਲੈਵਲ ਦੇ, ਕੀ ਇਹ ਲੀਗਲੀ ਸਟੈਂਡ ਕਰਦੇ ਨੇ? ਕੀ ਇਹਨਾਂ ਨੂੰ DO ਦੀਆਂ ਪਾਵਰਾਂ ਦਿੱਤੀਆਂ ਜਾ ਸਕਦੀਆਂ ਨੇ? ਇਹ ਸਭ ਤੋਂ ਵੱਡੀ ਗੱਲ। ਕੀ ਇਹਨਾਂ ਦਾ ਤਜਰਬਾ ਕੀ ਹੈਗਾ? ਇਹ ਸਭ ਤੋਂ ਵੱਡੀ ਗੱਲ ਆ। ਔਰ ਇਹ ਵੀ ਸਭ ਤੋਂ ਵੱਡੀ ਗੱਲ ਕਿ ਜੇ ਇਹ ਕਿਤੇ ਨਾ ਕਿਤੇ ਗੜਬੜੀ ਕਰਦੇ ਨੇ ਜਾਂ ਕਿਤੇ ਨਾ ਕਿਤੇ ਇਹ ਕਿਸੇ ਫੈਕਟਰੀ ਦੇ ਨਾਲ ਰਲ ਮਿਲ ਜਾਂਦੇ ਨੇ, ਧੋਖਾ ਹੋ ਜਾਂਦਾ, ਚੀਟਿੰਗ ਕਰ ਸਕਦੇ, ਤੇ ਸਰਕਾਰ ਉਸ 'ਤੇ ਕੀ ਕਾਰਵਾਈ ਕਰ ਸਕਦੀ ਆ? ਕੁਛ ਨਹੀਂ, ਰਿਕਵਰੀ ਨਹੀਂ ਹੋ ਸਕਦੀ ਹੈਗੀ, ਪਰਚਾ ਦਰਜ ਨਹੀਂ ਹੋ ਸਕਦਾ ਜਦ ਕਿ ਸਰਕਾਰ ਦੇ ਇੰਪਲਾਈਜ਼ ਨਹੀਂ ਆ। ਵੱਧ ਤੋਂ ਵੱਧ ਕੀ ਹੋਊਗਾ, ਇਹ ਕੰਪਨੀ ਨੂੰ ਲਿਖ ਕੇ ਭੇਜ ਦੇਣਗੇ ਜਿੱਥੋਂ ਇਹਨਾਂ ਨੇ ਹਾਇਰ ਕੀਤੇ ਹੈਗੇ ਨੇ, ਉਹ ਇੱਦਾਂ ਦੀਆਂ ਸੇਵਾਵਾਂ ਟਰਮੀਨੇਟ ਕਰ ਦੇਣੀਆਂ। ਲੇਕਿਨ ਰਿਸਪੌਂਸਿਬਿਲਟੀ ਅਕਾਊਂਟੇਬਿਲਟੀ ਉਹ ਦੋਨੇ ਇਹਨਾਂ 'ਤੇ ਨਹੀਂ ਲਾਗੂ ਹੋਣਗੀਆਂ। ਔਰ ਸਭ ਤੋਂ ਵੱਡੀ ਗੱਲ, ਜਿਹੜੇ 58 ਰੱਖੇ ਗਏ ਨੇ ਉਹਨਾਂ ਦੀ ਟ੍ਰੇਨਿੰਗ ਵੀ ਸ਼ੁਰੂ ਹੋ ਚੁੱਕੀ ਆ। ਕਿਸੇ ਨੂੰ ਪਤਾ ਨਹੀਂ ਹੈਗਾ ਕਿ ਟ੍ਰੇਨਿੰਗ ਕਿੱਥੇ ਹੋ ਰਹੀ ਆ, ਕੌਣ ਕੌਣ ਜ਼ਿੰਮੇਵਾਰ, ਕਿੰਨੇ ਸਿਲੈਕਟ ਕ੍ਰਾਈਟੇਰੀਆ ਕੀ ਸੀ। ਬਸ ਸਰਕਾਰ ਨੇ, ਪੋਲੂਸ਼ਨ ਕੰਟਰੋਲ ਬੋਰਡ ਨੇ ਸੰਬੰਧਿਤ ਕੰਪਨੀ ਕੋਲ ਮੰਗ ਲਏ ਕਿ ਸਾਨੂੰ ਇੰਨੇ JE ਚਾਹੀਦੇ ਨੇ, ਇੰਨੇ ਸਾਨੂੰ SDO ਚਾਹੀਦੇ ਨੇ। ਉਹਨਾਂ ਨੇ ਭਰਤੀ ਲਿਸਟ ਭੇਜ ਦਿੱਤੇ। ਜਿਹੜੀ ਟ੍ਰੇਨਿੰਗ ਹੋਈ ਆ ਇਹਨਾਂ ਦੀ, ਉਹਦੇ 'ਚ ਇਹਨਾਂ ਨੂੰ ਜਿਹੜੀ ਇੰਡਕਸ਼ਨ ਜਾਣ ਪਛਾਣ ਜਾਂ ਹੋਰ ਬੋਰਡ ਬਾਰੇ ਦੱਸਿਆ ਗਿਆ। ਉਹਦੇ 'ਚ ਦੱਸਿਆ ਗਿਆ ਜਿਹੜੀ 31 ਤਰੀਕ ਨੂੰ ਇਹਨਾਂ ਦੀ ਇੰਡਕਸ਼ਨ ਹੋਈ ਆ, ਉਹਦੇ 'ਚ ਪਹਿਲਾਂ ਇਹਨਾਂ ਦੀ ਰਜਿਸਟ੍ਰੇਸ਼ਨ ਹੋਈ ਆ। ਜਿਹੜੀ ਰਜਿਸਟ੍ਰੇਸ਼ਨ ਕਿਹਨੇ ਕਰਵਾਈ ਆ? ਪ੍ਰਬੰਧਕੀ ਅਫਸਰ ਨੇ। ਫਿਰ ਵੈਲਕਮ ਐਡਰੈਸ ਕਿਹਨੇ ਕੀਤਾ ਹੈਗਾ? ਮੈਂਬਰ ਸੈਕਟਰੀ ਨੇ ਜਿਹੜੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਨੇ। ਫਿਰ ਜਰਨੀ ਆਫ ਬੋਰਡ ਐਂਡ ਪ੍ਰੈਜੈਂਟ ਸਿਨਾਰੀਓ, ਉਹਦੇ ਬਾਰੇ ਜਾਣਕਾਰੀ ਕਿਹਨੇ ਦਿੱਤੀ ਆ? ਸੰਦੀਪ ਬਾਲ ਨੇ ਜਿਹੜੇ ਚੀਫ ਐਨਵਾਇਰਨਮੈਂਟਲ ਇੰਜੀਨੀਅਰ ਨੇ। ਫਿਰ ਸਪੈਸ਼ਲ ਐਡਰੈਸ ਕਿਹਨੇ ਦਿੱਤਾ ਹੈਗਾ? ਜਿਹੜੇ ਚੇਅਰਮੈਨ ਨੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ। ਉਸ ਤੋਂ ਬਾਅਦ ਚਾਹ ਪਾਣੀ ਹੋਇਆ, ਫਿਰ ਉਸ ਤੋਂ ਬਾਅਦ ਫਿਰ ਇੰਡਕਸ਼ਨ ਜਾਰੀ ਰਹੀ। ਫਿਰ ਇਨਵਾਇਰਨਮੈਂਟਲ ਜਿਹੜੇ ਲਾਜ਼ ਨੇ, ਵਾਤਾਵਰਨ ਕਾਨੂੰਨ ਸੰਬੰਧੀ ਕਿਹਨੇ ਜਾਣਕਾਰੀ ਦਿੱਤੀ ਹੈਗੀ ਆ? ਉਹ ਸ੍ਰੀ ਅਮਰੀਕ ਸਿੰਘ ਨੇ ਜਿਹੜੇ SLO ਨੇ। ਫਿਰ ਉਸ ਤੋਂ ਬਾਅਦ ਓਵਰਵਿਊ ਆਫ ਵਾਟਰ ਪੋਲੂਸ਼ਨ, ਇਟਸ ਐਕਸ਼ਨ ਪਲਾਨ ਐਂਡ ਟਰੀਟਮੈਂਟ ਟੈਕਨੀਕਸ ਇੰਡਸਟਰੀਅਲ ਐਂਡ ਡੋਮੈਸਟਿਕ, ਉਹ ਜਿਹੜੀ ਜਾਣਕਾਰੀ ਦਿੱਤੀ ਹੈਗੀ ਉਹ ਮਨੋਹਰ ਲਾਲ ਜਿਹੜੇ ਐਡੀਸ਼ਨਲ SEE ਉਹਨਾਂ ਨੇ ਜਾਣਕਾਰੀ ਦਿੱਤੀ। ਫਿਰ ਟਰੀਟਮੈਂਟ ਆਫ ਟ੍ਰੇਡ ਇਨਫਲੂਐਂਟ ਆਫ ਇਲੈਕਟ੍ਰੋਪਲੇਟਿੰਗ ਡਾਈਂਗ ਐਸਿਡ ਪਿਕਿੰਗ ਯੂਨਿਟ ਬਾਰੇ ਜਾਣਕਾਰੀ ਦਿੱਤੀ। ਉਹ ਸੰਦੀਪ ਕੁਮਾਰ ਜਿਹੜੇ EE ਆ, ਜਿਹੜਾ ਸਾਡੇ ਕੋਲ ਸ਼ਡਿਊਲ ਆਇਆ ਸੀ, ਹੋ ਸਕਦਾ ਇਹਨਾਂ ਦੇ ਵਿੱਚ ਕਈਆਂ ਦੀ ਜਗ੍ਹਾ ਹੋਰ ਕਿਸੇ ਨੇ ਜਾਣਕਾਰੀ ਦਿੱਤੀ ਹੋਵੇ। ਇਸੇ ਤਰ੍ਹਾਂ ਫਿਰ ਸੋਰਸ ਆਫ ਵਾਟਰ ਪੋਲੂਸ਼ਨ ਐਂਡ ਇਟਸ ਕੰਟਰੋਲ ਇਨ ਫਾਰਮਾਸਿਊਟੀਕਲ ਇੰਡਸਟਰੀ ਐਂਡ ਡਿਸਟਿਲਰੀਜ਼, ਉਹਦੇ 'ਚ ਲਵਨੀਤ ਦੁਬੇ ਜਿਹੜੇ SEE ਆ ਉਹਨਾਂ ਨੇ ਜਾਣਕਾਰੀ ਦਿੱਤੀ। ਫਿਰ ਟ੍ਰੇਡ ਇਫਲੂਐਂਟ ਐਂਡ ਗਰਾਊਂਡ ਸੈਂਪਲ ਕਲੈਕਸ਼ਨ ਐਂਡ ਇਟਸ ਐਨਾਲਿਸਿਸ, ਇਹ ਚਰਨ ਸਿੰਘ ਅਸਿਸਟੈਂਟ ਸਾਇੰਟੀਫਿਕ ਆਫਿਸਰ, ਉਹਨਾਂ ਜਾਣਕਾਰੀ ਦਿੱਤੀ ਹੈ। ਫਿਰ ਆਨਲਾਈਨ ਕੰਸੈਂਟ ਮੈਨੇਜਮੈਂਟ, ਆਨਲਾਈਨ ਮੋਨੀਟਰਿੰਗ ਐਂਡ ਵੇਸਟ, ਉਹ ਦਿੱਤੀ ਆ ਰੋਹਿਤ ਸਿੰਗਲਾ ਜਿਨ੍ਹਾਂ ਦਾ ਅਹੁਦਾ EE ਆ ਇਨਵਾਇਰਨਮੈਂਟਲ ਇੰਜੀਨੀਅਰ ਨੇ। ਫਿਰ 1 ਤਰੀਕ ਨੂੰ ਬੀਤੇ ਦਿਨ ਕੀ ਹੋਈ ਆ, ਜਿਹੜੀ ਜਾਣਕਾਰੀ ਦਿੱਤੀ ਗਈ ਆ ਉਹ ਹੈਗੀ ਆ ਸੋਲਿਡ ਐਂਡ ਹੈਜ਼ਰਡ ਵੇਸਟ ਮੈਨੇਜਮੈਂਟ, ਉਹ ਰਾਜੀਵ ਗੋਇਲ ਨੇ, ਉਹ SEE ਨੇ। ਫਿਰ ਕੰਸਟਰਕਸ਼ਨ ਐਂਡ ਡੈਮੋਲੀਸ਼ਨ ਐਂਡ ਬੈਟਰੀ ਵੇਸਟ ਮੈਨੇਜਮੈਂਟ, ਉਹ ਸ਼੍ਰੀਮਤੀ ਹਰਦੀਪ ਕੌਰ EE ਉਹਨਾਂ ਦਾ ਅਹੁਦਾ। ਫਿਰ ਬਾਇਓਮੈਡੀਕਲ ਐਂਡ ਪਲਾਸਟਿਕ ਵੇਸਟ ਮੈਨੇਜਮੈਂਟ, ਉਹ ਸ਼੍ਰੀ ਪ੍ਰਵੀਨ ਸਿੰਘ ਸਲੂਜਾ ਨੇ ਜਾਣਕਾਰੀ ਦਿੱਤੀ ਆ। ਫਿਰ ਬੀਤੇ ਦੁਪਹਿਰ ਸਾਈਟਿੰਗ ਗਾਈਡਲਾਈਨ ਫੋਰ ਸਪੈਸੀਫਿਕ ਇੰਡਸਟਰੀ, ਉਹ ਸ਼੍ਰੀਮਤੀ ਪ੍ਰਿਯੰਕਾ, ਉਹ ਜਿਨ੍ਹਾਂ ਦਾ ਅਹੁਦਾ EE, ਉਹਨਾਂ ਜਾਣਕਾਰੀ ਦਿੱਤੀ ਆ। ਫਿਰ ਇੱਕ ਐਨ ਓਵਰਵਿਊ ਆਫ 에ਅਰ ਪੋਲੂਸ਼ਨ ਐਂਡ ਇਟਸ ਐਕਸ਼ਨ ਪਲਾਨ ਬਾਰੇ ਜਾਣਕਾਰੀ ਦਿੱਤੀ ਆ ਸੁਖਦੇਵ ਸਿੰਘ ਹੋਣਾ ਨੇ। ਸਟੇਬਲ ਬਰਨਿੰਗ ਇਨ ਪੰਜਾਬ, ਸ਼੍ਰੀਮਤੀ ਸਮੀਤਾ ਨੇ ਜਾਣਕਾਰੀ ਦਿੱਤੀ ਆ। ਉਸ ਤੋਂ ਬਾਅਦ ਸੋਰਸ ਆਫ 에ਅਰ ਪੋਲੂਸ਼ਨ ਐਂਡ ਇਟਸ
ਕੰਟਰੋਲ ਐਂਡ ਇੰਡਕਸ਼ਨ, ਬ੍ਰਿਕ ਕਲੀਨ ਰਾਈਸ ਸੈਲਰਸ, ਪਲਾਂਟਸ, ਥਰਮਲ ਪਾਵਰ ਪਲਾਂਟ, ਸੀਮੈਂਟ ਪਲਾਂਟਸ ਬਾਰੇ ਜਿਹੜੀ ਜਾਣਕਾਰੀ ਦਿੱਤੀ ਉਹ ਸ਼੍ਰੀਮਤੀ ਅਨੁਰਾਧਾ ਸ਼ਰਮਾ ਜਿਹੜੇ ਈ ਨੇ। ਔਰ ਇਸੇ ਤਰ੍ਹਾਂ ਫਿਰ ਆਖਰੀ ਜਿਹੜਾ ਸੈਸ਼ਨ ਹੋਇਆ ਉਹ 에ਅਰ ਸੈਂਪਲ ਕਲੈਕਸ਼ਨ ਐਂਡ ਇਟਸ ਐਨਾਲਿਸਿਸ, ਇਹ ਅਵਤਾਰ ਸਿੰਘ SO ਨੇ ਜਾਣਕਾਰੀ ਦਿੱਤੀ। ਇਹਨਾਂ ਦਾ 2 ਦਿਨ ਦਾ ਜਿਹੜਾ ਇੰਡਕਸ਼ਨ ਲੱਗਾ, ਉਹਦੇ 'ਚ ਜਿੰਨੇ ਵੀ ਇਹ ਉਹਨਾਂ ਨੂੰ ਪਟਿਆਲੇ ਦੇ ਵਿੱਚ ਥਾਪੜ ਯੂਨੀਵਰਸਿਟੀ ਦੇ ਵਿੱਚ ਇਹ ਪ੍ਰਬੰਧ ਕੀਤੇ ਗਏ ਨੇ। ਇਸ ਮਸਲੇ ਦੇ ਵਿੱਚ ਅਸੀਂ ਗੱਲ ਕਰਨੀ ਚਾਹੀ ਬੋਰਡ ਦੇ ਚੇਅਰਮੈਨ ਦੇ ਨਾਲ ਕਿ ਆਖਰ ਜਿਹੜੇ SDO ਲੈਵਲ ਦੇ ਅਧਿਕਾਰੀ, ਕਲਾਸ 1 ਪੋਸਟ, ਜ਼ਿੰਮੇਵਾਰ ਪੋਸਟ, ਰੈਗੂਲਰੀ ਪੋਸਟ, ਸਾਇੰਟੀਫਿਕ ਪੋਸਟ, ਲੀਗਲੀ ਪੋਸਟ, ਉਸ ਮਸਲੇ ਦੇ ਵਿੱਚ ਤੁਸੀਂ ਕਿਵੇਂ ਆਊਟਸੋਰਸਿੰਗ ਦੇ ਜ਼ਰੀਏ ਕਲਾਸ 1 ਪੋਸਟ 'ਤੇ ਅਹੁਦੇ ਭਰ ਸਕਦੇ ਹੋ। ਉਹਨਾਂ ਨੇ ਬੜੇ ਫਖਰ ਨੇ ਕਿਹਾ ਕਿ ਸਾਨੂੰ ਤਾਂ ਦੇਰ ਦੇ ਨਾਲ ਲੱਗਾ ਪਤਾ, ਇਹ ਤਾਂ ਪੰਜਾਬ ਦੇ ਹੋਰ ਜਿਹੜੇ ਡਿਪਾਰਟਮੈਂਟ ਆ, ਬੋਰਡ ਆ, ਉੱਥੇ ਵੀ ਕਲਾਸ 1 ਭਰਤੀ ਹੁੰਦੀ ਰਹੀ, ਅਸੀਂ ਤਾਂ ਬਹੁਤ ਦੇਰ ਕਰਤੀ, ਮੈਨੂੰ ਅੱਜ ਰੈਗੂਲਰ ਬੰਦੇ ਦੇ ਦਿਓ, ਮੈਂ ਅੱਜ ਹੀ ਇਹਨਾਂ ਨੂੰ ਬਾਹਰ ਕੱਢ ਦੇਵਾਂਗੇ। ਅਸੀਂ ਤਾਂ ਬੜੇ ਲੰਮੇ ਸਮੇਂ ਤੋਂ ਪਬਲਿਕ ਸਰਵਿਸ ਕਮਿਸ਼ਨ ਨੂੰ ਕਹਿ ਕੇ ਰੱਖੇ ਨੇ ਸਰਕਾਰ ਦੇ ਜ਼ਰੀਏ ਕਿ ਭਰਤੀ ਕੀਤੀ ਜਾਵੇ। ਜਿਹੜੀ ਪੂਰੀ ਸਾਡੀ ਜਿਹੜੀ ਗੱਲਬਾਤ ਹੋਈ ਹੈ, ਜਿਹੜੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਨੇ ਪ੍ਰੋਫੈਸਰ ਡਾਕਟਰ ਆਦਰਸ਼ ਪੌਲ ਵਿਗ, ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ, ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਬੜੀ ਕੀਮਤੀ ਗੱਲਬਾਤ ਹੋਈ ਹੈ, ਧਿਆਨ ਨਾਲ ਸੁਣਿਓ। ਕਿਵੇਂ ਬੋਰਡ ਦਾ ਪੱਖ ਪੂਰੇ ਨੇ, ਸਰਕਾਰ ਦਾ ਪੱਖ ਪੂਰੇ ਨੇ ਕਿ ਜਿਹੜੇ ਵਾਰ-ਵਾਰ ਅਸੀਂ ਪੁੱਛਿਆ ਕਿ ਜਿਹੜੀ ਚੋਰ-ਮੋਰੀ ਦਰਵਾਜ਼ੇ ਆਊਟਸੋਰਸਿੰਗ ਹੈ ਇਹ ਬੰਦ ਕਿਉਂ ਨਹੀਂ ਹੁੰਦੇ, ਉਹਨਾਂ ਨੇ ਜਵਾਬ ਵੀ ਦਲੀਲਾਂ ਦੇ ਨਾਲ ਤੇ ਤਰਕ ਦੇ ਨਾਲ ਦਿੱਤਾ। ਬੋਰਡ ਵੱਲੋਂ ਸਰ JEE ਤੇ SDO ਆਊਟਸੋਰਸਿੰਗ ਦੇ ਜ਼ਰੀਏ ਭਰਤੀ ਕੀਤੇ ਗਏ ਨੇ। ਬਿਲਕੁਲ ਜੀ, ਬਿਲਕੁਲ ਜੀ ਸਰ, ਆਪਾਂ ਇਸ ਲੈਵਲ ਦੀ ਕਲਾਸ 1 ਪੋਸਟ ਆਊਟਸੋਰਸ ਦੇ ਜ਼ਰੀਏ ਭਰਤੀ ਕਰ ਸਕਦੇ ਹਾਂ? ਬਿਲਕੁਲ ਜੀ, ਜਿਸ ਤਰ੍ਹਾਂ ਬਾਕੀ ਡਿਪਾਰਟਮੈਂਟ ਨੇ ਆਲਰੇਡੀ ਕੀਤਾ, ਸਾਨੂੰ ਤਾਂ ਸਗੋਂ ਅਸੀਂ ਪਿਛੋਕੜ ਰਹੇ, ਦੁਨੀਆ ਦੇ ਕਰਕੇ ਕੰਮ ਲੈ ਰਹੀ ਸੀ ਜੀ। ਸਾਰੀ ਲੋਕਲ ਬੋਡੀ, ਕਾਰਪੋਰੇਸ਼ਨਸ, ਪੀਡਾ, ਮੈਂ ਜਿੰਨੇ ਵੀ ਡਿਪਾਰਟਮੈਂਟ ਸਾਰੇ ਸਰਚ ਕੀਤੇ ਜੀ। ਮੇਰੇ ਤੇ ਤਾਂ ਹੀ ਸਗੋਂ ਮੇਰਾ ਚਾਨਣ ਹੋਇਆ, ਨਹੀਂ ਤੇ ਅਸੀਂ ਤੇ ਉਹ ASPC ਵੀ ਸ਼ਾਇਦ ਕਿਸ ਤਰ੍ਹਾਂ ਦੀ ਜ਼ਰੂਰਤ ਹੈ, ਕਿਸ ਤਰ੍ਹਾਂ ਦਾ ਕੰਮ ਕਰ ਸਕਦੇ ਆ। ਇਹ ਟੋਟਲ ਕਿੰਨੀਆਂ ਪੋਸਟਾਂ ਪੂਰਾ ਪ੍ਰੋਸੀਜਰ ਫਾਲੋ ਕਰਕੇ ਜਿਹੜੀ ਸਰਕਾਰ ਦਾ ਇੱਕ ਸਿਸਟਮ ਹੁੰਦਾ ਹੈ ਵੀ ਆਊਟਸੋਰਸ ਏਜੰਸੀ ਨਾਲ MOU ਕਰਨਾ ਹੁੰਦਾ, ਉਹ ਕਰਕੇ ਫਿਰ ਉਹਨਾਂ ਕੋਲੋਂ ਲਿਸਟਾਂ ਲੈ ਕੇ ਜਿਹੜੇ ਸਾਨੂੰ ਸੂਟ ਕਰਦੇ ਨੇ, ਕਿਉਂਕਿ ਕੁਆਲੀਫਿਕੇਸ਼ਨ ਵੀ ਸਾਡੀ ਆਉਂਦੀ ਹੈ BTech, ਸਾਨੂੰ ਸਿਵਲ ਜੀ, ਕੈਮੀਕਲ ਤੇ ਇਨਵਾਇਰਨਮੈਂਟ ਜੀ, 3 ਫੀਲਡਸ ਦੇ ਬੰਦੇ ਨੇ। ਇਹ ਕਿੰਨੇ ਕੀਤੇ ਸਰ ਤੁਸੀਂ ਭਰਤੀ? ਅਸੀਂ ਮੇਰੇ ਖਿਆਲ ਪੋਸਟਾਂ ਸਾਡੀਆਂ ਜਿੰਨੀਆਂ ਖਾਲੀਆਂ ਨਾ ਉਹਦੇ ਅਕੋਰਡਿੰਗਲੀ ਕਰ ਲਏ ਸੀ। ਕੁਛ ਉਹਦੇ ਚੋਂ ਹਾਲੇ ਨਹੀਂ ਬੱਚੇ ਆਏ, ਕੁਛ ਆ ਰਹੇ ਨੇ। ਆਊਟਸੋਰਸ ਦਾ ਤੇ ਕੋਈ ਉਸ ਤਰ੍ਹਾਂ ਦਾ ਸਿਸਟਮ ਨਹੀਂ ਨਾ ਹੁੰਦਾ ਜੀ। ਮੇਰੇ ਖਿਆਲ ਅਰਾਊਂਡ 40 ਹੋਣੇ ਜਿੱਥੇ ਤੱਕ ਮੈਨੂੰ ਰਫ ਆਈਡੀਆ। ਤੇ ਇਹ ਮੈਰਿਟ ਟੈਸਟ ਲਿਆ ਸੀ ਤੁਸੀਂ? ਨਹੀਂ ਸਰ, ਨਹੀਂ, ਕੋਈ ਟੈਸਟ ਨਹੀਂ। ਆਊਟਸੋਰਸ ਦਾ ਪ੍ਰੋਸੀਜਰ ਅਲੱਗ ਹੈ ਜੀ, ਜੇ ਤੁਹਾਨੂੰ ਜਾਣਕਾਰੀ ਹੋਵੇ ਆਊਟਸੋਰਸ ਦੀ। ਆਊਟਸੋਰਸ ਦਾ ਮਤਲਬ ਹੁੰਦਾ ਹੈ ਵੀ ਜਿਹੜੀ ਤੁਸੀਂ ਏਜੰਸੀ ਹਾਇਰ ਕੀਤੀ, ਜਿਸ ਨਾਲ ਤੁਸੀਂ MOU ਕੀਤਾ, ਉਹ ਤੁਹਾਡੇ ਬਿਹਾਫ ਤੇ ਤੁਹਾਨੂੰ ਪਰਸਨ ਦੀ ਲਿਸਟ ਦੇ ਦਿੰਦੀ ਹੈ, ਜਾਂ ਮਤਲਬ ਜੋ ਤੁਸੀਂ ਕੁਆਲੀਫਿਕੇਸ਼ਨ ਦਿੰਦੇ ਹੋ, ਤੇ ਅਸੀਂ ਉਹਨਾਂ 'ਚ ਮਾੜਾ ਮੋਟਾ ਉਹਨਾਂ ਦਾ ਦੇਖ ਲਈਦਾ ਵੀ ਕਿਹੜੇ ਸਾਨੂੰ ਸੁਟੇਬਲ ਨੇ, ਉਹਨਾਂ ਨੂੰ ਮਤਲਬ ਇੰਟਰੈਕਟ ਕਰਕੇ ਉਹਨਾਂ ਨਾਲ ਥੋੜੀ ਗੱਲਬਾਤ ਕਰਕੇ ਮੋਸਟ ਪ੍ਰੋਬਬਲੀ ਪੰਜਾਬ ਤੋਂ ਹੋਏ ਹੋਣਗੇ ਸਰ ਜਿਹੜੇ ਸਿਲੈਕਟ ਕੀਤੇ। ਮੈਕਸਿਮਮ ਜੀ, ਉਹ ਕ੍ਰਾਈਟੇਰੀਆ ਉਹਦੇ 'ਚ ਕੋਈ ਇਹੋ ਜਿਹਾ ਡਿਫਾਈਨ ਨਹੀਂ ਹੈ, ਬਸ ਮੇਰੇ ਹਿਸਾਬ ਨਾਲ ਸਾਰੇ, ਕਿਉਂਕਿ ਅਸੀਂ ਉਹਨਾਂ ਦਾ 1-2 ਦਿਨ ਦਾ ਇੰਡਕਸ਼ਨ ਪ੍ਰੋਗਰਾਮ ਵੀ ਰੱਖਿਆ ਸੀ ਵੀ ਚਲੋ ਉਹਨਾਂ ਨੂੰ, ਕਿਉਂਕਿ ਡਿਪਾਰਟਮੈਂਟ 'ਚ ਆਉਣਾ ਤੇ ਸਾਰੀ ਸਮਝ ਹੋਣੀ ਚਾਹੀਦੀ ਹੈ। ਪਰ ਸਰ ਜਿਹੜਾ SD ਲੈਵਲ ਦਾ ਜਿਹੜੀ ਪੋਸਟ ਆ ਉਹ ਤੇ ਬੜੀ ਲੀਗਲੀ ਵੀ ਤੇ ਰੈਗੂਲਰ ਵੀ, ਕਿਉਂਕਿ ਹਾਲੇ ਸਰ ਅਸੀਂ ਦੇਖੋ ਸਾਡੇ ਬਹੁਤ ਕੰਮ ਹੁੰਦੇ ਨੇ ਲੀਗਲੀ, ਇਹ ਉਹ ਇਟ ਇਜ਼ ਅ ਗਵਰਨਮੈਂਟ ਸਿਸਟਮ ਜਿਹੜਾ ਆਊਟਸੋਰਸ ਅਲਾਉਡ ਹੈ। ਮੈਂ ਤਾਂ ਹੀ ਤਾਂ ਕਹਿ ਰਿਹਾ ਅਸੀਂ ਪੈਟਰਨ ਡਿਫਰੈਂਟ ਡਿਪਾਰਟਮੈਂਟਸ ਦਾ, ਜਿਨ੍ਹਾਂ ਨੇ ਸਾਰੇ JEE, ਤੁਹਾਡਾ ਇਲੈਕਟ੍ਰਿਸਿਟੀ ਬੋਰਡ, ਤੁਹਾਡਾ ਕਾਰਪੋਰੇਟ, ਮੈਂ ਦੱਸੀ ਜਾਂਦਾ ਪੀਡਾ, ਸ਼ੀਡਾ, ਮੇਰੇ ਖਿਆਲ ਕਈ ਡਿਪਾਰਟਮੈਂਟ ਨੇ। ਐਵਰੀ ਡਿਪਾਰਟਮੈਂਟ ਇਜ਼ ਰਿਕਰੂਟਿੰਗ ਥਰੂ ਆਊਟਸੋਰਸਿੰਗ। ਪਰ ਉਹਦੇ 'ਚ ਇਹ ਕਿ ਉਹਨਾਂ ਕੋਲ ਜਦੋਂ DA ਪਾਵਰਾਂ ਨਹੀਂ ਹੋਣਗੀਆਂ। ਅਰੇ ਭਈਆ ਨਹੀਂ, ਅਸੀਂ ਕੰਮ ਫੀਲਡ ਦੇ ਵਿੱਚ 500 ਕੰਮ ਨੇ, ਸਰਵੇ ਕਰਨਾ ਇੰਡਸਟਰੀਆਂ ਦਾ, ਮਤਲਬ ਕੋਈ ਜਿਹੜਾ ਸਾਡਾ ਰੈਗੂਲਰ ਬੰਦਾ ਉਹਦੇ ਨਾਲ ਜਾਣਗੇ, ਸਾਡੀ ਕੋਈ ਸੈਂਪਲਿੰਗ ਦੇ ਪ੍ਰੋਸੀਜਰ ਦੇ ਨਾਲ ਹੈਲਪ ਕਰਾਂਗੇ, ਦੈਟ ਵੀ ਵਿਲ ਸੀ। ਉਹ ਤਾਂ ਸਾਨੂੰ ਪਤਾ ਹੀ ਹੈ ਜੀ ਜੀ। ਆਊਟਸੋਰਸ ਦਾ ਅੱਜ ਥੋੜਾ ਹੀ ਰੱਖਦੇ ਪਏ। ਆਊਟਸੋਰਸ ਸਾਡੇ ਕੋਲ ਜਿਹੜੇ ਡਾਟਾ ਇੰਟੀਗ੍ਰੇਟਰ, ਕਲੈਰੀਕਲ, ਇਹ ਉਹ ਸਾਰੇ ਉਹ ਵੀ ਤੇ ਹੈਂਡਲ ਕਰਦੇ ਨੇ ਕੰਮ ਨਾ। ਪਰ ਇਹ ਤੇ ਇੱਕ ਤੁਸੀਂ ਸਮਝਦੇ ਨਹੀਂ ਹੈਗੇ ਕਿ ਮੰਨ ਲਓ ਇਸ ਤੋਂ ਵਧੀਆ ਵੀ ਤੁਹਾਨੂੰ ਮਿਲ ਸਕਦੇ। ਮੈਂ ਤੁਹਾਨੂੰ ਦੱਸ ਰਿਹਾ ਸਰਕਾਰ ਦੇ ਕਿੰਨੇ ਡਿਪਾਰਟਮੈਂਟ ਕੰਮ ਲੈ ਰਹੇ ਨੇ, ਅਸੀਂ ਉਸੇ ਪੈਟਰਨ ਤੇ ਕੰਮ ਲਵਾਂਗੇ। ਨਹੀਂ, ਮੈਂ ਚੇਅਰਮੈਨ ਸਾਹਿਬ ਐਗਰੀ ਕਰ ਰਿਹਾ, ਪਰ ਇਹਦੇ ਲਈ ਕਈ ਕੀ ਪਤਾ ਜਿਹੜੇ ਹੁਣ ਤੁਸੀਂ 40 ਤੋਂ ਪਲੱਸ ਰੱਖੇ ਨੇ, ਇਸ ਤੋਂ ਵਧੀਆ ਵੀ ਕਾਬਲ ਮਿਲ ਜਾਂਦੇ ਜੇ ਲੋਕਾਂ ਨੂੰ ਪਤਾ ਲੱਗਦਾ। ਆਊਟਸੋਰਸ ਦਾ ਜੋ ਪ੍ਰੋਸੀਜਰ ਹੈ ਉਹੀ ਹੈ ਜੀ, ਤੁਸੀਂ ਫਿਰ ਉਹਦੇ
ਨਾ ਕਨਫਿਊਜ਼ ਕਰ ਰਹੇ ਹੋ। ਦਿਸ ਇਜ਼ ਨਾਟ ਆਊਟਸੋਰਸ, ਇਜ਼ ਨਾਟ ਏ ਥਰੂ ਐਨੀ ਕਾਈਂਡ ਆਫ ਰਿਕਰੂਟਮੈਂਟ ਪ੍ਰੋਸੈਸ। ਆਊਟਸੋਰਸ ਇਜ਼ ਇਟਸੈਲਫ ਏ ਡਿਫਰੈਂਟ ਪ੍ਰੋਸੈਸ। ਨਹੀਂ ਮੈਨੂੰ ਪਤਾ ਹੈ ਡਿਫਰੈਂਟ ਪ੍ਰੋਸੈਸ ਆ, ਪਰ ਮੇਰਾ ਇਹ ਕਹਿੰਦਾ ਕਿ ਸਰਕਾਰ ਜਾਂ ਜਿਹੜੀਆਂ ਵੀ ਤੁਸੀਂ ਐਗਜ਼ਾਮਪਲਾਂ ਦੇ ਰਹੇ ਹੋ ਮੈਨੂੰ ਜਾਂ ਦੱਸ ਰਹੇ ਹੋ, ਮੇਰੇ ਕਹਿਣ ਦਾ ਮਤਲਬ ਹੈ ਕਿ ਅੱਧੇ ਲੋਕਾਂ ਨੂੰ ਤੇ ਬੱਚਿਆਂ ਨੂੰ ਪਤਾ ਨਹੀਂ ਲੱਗਾ ਹੋਊਗਾ ਜਿਨ੍ਹਾਂ ਨੇ ਬੀਟੈਕ ਕੈਮੀਕਲ ਐਂਡ ਐਨਵਾਇਰਨਮੈਂਟ। ਆਊਟਸੋਰਸ ਏਜੰਸੀ ਨੂੰ ਉਹਨਾਂ ਨੂੰ ਅਪਰੋਚ ਕਰਨਾ ਚਾਹੀਦਾ ਨਾ। ਆਊਟਸੋਰਸ ਏਜੰਸੀ ਐਜ਼ ਏ ਡਾਟਾ ਜੀ, ਉਹ ਏਜੰਸੀ ਦੀ ਡਿਊਟੀ ਹੈ। ਅਸੀਂ ਏਜੰਸੀ ਕੋਲੋਂ ਨਾਂ ਲੈਣੇ ਆ। ਇਹ ਏਜੰਸੀ ਦਾ ਸਰ ਕਿੱਥੋਂ, ਚੰਡੀਗੜ੍ਹ ਬੇਸਡ ਹੈ ਕਿ ਗ੍ਰੈਟਿਸ ਹੈ? ਬੜੀ ਕੰਪਨੀ ਹੈ ਵੱਡੀ, ਕਈ ਕੰਪਨੀਆਂ ਜਿਹੜੀਆਂ ਗਵਰਨਮੈਂਟ ਦੇ ਨਾਲ ਕਰ ਰਹੀਆਂ। ਗ੍ਰੈਟਿਸ ਅਸੀਂ ਤੇ ਕੋਈ ਆਊਟਸੋਰਸ ਦਾ ਮੀਨਿੰਗ ਹੀ ਹੈ ਵੀ ਅਸੀਂ ਥਰੂ ਏਜੰਸੀ ਕਰ ਰਹੇ ਹਾਂ, ਵੀ ਆਰ ਨਾਟ ਇਨਵੋਲਵਡ। ਅਸੀਂ ਸਿਰਫ ਮਾੜਾ ਮੋਟਾ ਉਹਨਾਂ ਨੂੰ ਦੱਸਾਂਗੇ ਵੀ ਸਾਡੀ ਕੀ ਰਿਕੁਆਇਰਮੈਂਟ ਹੈ ਤੇ ਸਾਨੂੰ ਕਿਸ ਤਰ੍ਹਾਂ ਦੇ ਬੱਚੇ ਚਾਹੀਦੇ ਆ, ਅਸੀਂ ਉਹਨਾਂ ਨੂੰ ਉਸ ਨਾਲ ਤੇ ਸਾਡਾ MOU ਉਹਨਾਂ ਨਾਲ ਹੈ। ਮਤਲਬ ਜਿਹੜੇ ਪੰਜਾਬ ਦੇ ਬਾਕੀ ਬੋਰਡ ਕਾਰਪੋਰੇਸ਼ਨ ਨੇ ਅਡਾਪਟ ਕੀਤੇ, ਐਵਰੀਵਨ ਰਾਦਰ ਮੋਰ ਦੈਨ, ਮੈਂ ਤੇ ਹੈਰਾਨ ਆ ਵੀ ਅਸੀਂ ਸੁੱਤੇ ਰਹੇ। ਸਾਡੇ ਤੋਂ ਪਹਿਲੇ ਦੇ ਉਹ ਇੰਨੇ ਸਾਲਾਂ ਦਾ ਸਾਡਾ ਕੰਮ ਅਰਜ ਹੁੰਦਾ ਰਿਹਾ, ਕਿਉਂਕਿ ਸਾਨੂੰ ਬੜੀ ਕਰੰਚ ਹੈ ਸਟਾਫ ਦੀ, ਬਹੁਤ ਦਿੱਕਤ ਹੈ। ਇਹ ਤੇ ਸ਼ੁਕਰ ਹੈ ਵੀ ਚਲੋ ਕੋਈ ਸਾਡੇ ਕੋਲ ਸਿਸਟਮ ਡਿਵੈਲਪ ਹੋਇਆ, ਅਦਰਵਾਈਜ਼ ਜਦੋਂ ਸਾਡੇ ਕੋਲ ਰੈਗੂਲਰ ਆ ਜਾਣਗੇ ਤੇ ਆਊਟਸੋਰਸ ਵਾਲੇ ਖਤਮ ਹੋ ਜਾਣਗੇ। ਸਰ ਇਹਦੇ ਚ ਆਊਟਸੋਰਸ ਦੇ ਵਿੱਚ ਇਹ ਵੀ ਤੇ ਥੋੜਾ ਹੋ ਜਾਂਦਾ ਨਾ, ਖਦਸ਼ਾ ਵੱਧ ਜਾਂਦਾ ਕਿ ਜਿਹੜੇ ਆਫੀਸਰ ਐਡ ਪ੍ਰਾਈਡ ਕੰਮ, ਉਹਨਾਂ ਦੇ ਧੀਆਂ ਪੁੱਤ ਭਤੀਜੇ ਕਿਤੇ ਭਰਾ ਨਾ ਆ ਜਾਣ। ਸਰ ਜੇ ਇੱਕ ਸਿਸਟਮ ਗਵਰਨਮੈਂਟ ਨੇ ਬਣਾਇਆ ਤੇ ਗਵਰਨਮੈਂਟ ਜਵਾਬ ਦੇ ਸਕਦੀ ਹੈ, ਮੈਂ ਤਾਂ ਜਵਾਬ ਦੇ ਸਕਦਾ ਜੀ ਜੀ। ਜੇ ਇਸ ਤਰ੍ਹਾਂ ਗਵਰਨਮੈਂਟ ਨੇ ਇੱਕ ਸਿਸਟਮ ਡਿਵੈਲਪ ਕੀਤਾ, ਕੋਈ ਤੁਹਾਡੇ ਸਾਹਮਣੇ ਸਾਰੇ ਸਿਸਟਮ ਚੱਲਦੇ ਰਹੇ, ਕੰਟਰੈਕਟਡ ਹੌਕ ਡੇਲੀ, ਇਹ ਹੁਣ ਸਭ ਬੰਦ ਹੋ ਗਏ। ਇਟ ਇਜ਼ ਓਨਲੀ ਆਊਟਸੋਰਸ ਸਿਸਟਮ ਵਿਚ ਇਜ਼ ਐਗਜ਼ਿਸਟਿੰਗ, ਔਰ ਆਈਦਰ ਯੂ ਡੂ ਇਟ ਰੈਗੂਲਰ ਦਾ ਸਾਡਾ ਪ੍ਰੋਸੈਸ ਚੱਲ ਰਿਹਾ। ਵੈਨ ਐਵਰ ਵੀ ਗੈਟ ਰੈਗੂਲਰ ਵਿਲ ਬੀ ਹੈਪੀ। ਮੈਂ ਤੇ ਉਸ ਗੈਪ ਨੂੰ ਫਿਲ ਕਰਨ ਵਾਸਤੇ, ਬਿਕੋਜ਼ ਬਹੁਤ ਜ਼ਿਆਦਾ ਕਰੰਚ ਹੈ ਸਾਡੇ ਕੋਲ, ਸਟਾਫ ਸ਼ਾਰਟੇਜ ਹੈ। ਸੀਚੇਵਾਲ ਜੀ, ਸਾਡੇ ਜਿਹੜੀ ਵਿਧਾਨ ਸਭਾ ਕਮੇਟੀ, ਐਵਰੀਵਨ ਇਜ਼ ਵੀ ਤੁਸੀਂ ਰਿਕਰੂਟਮੈਂਟ ਨਹੀਂ ਕਰਦੇ, ਰਿਕਰੂਟਮੈਂਟ ਕਰਨੀ ਹੈ PPSC ਨੇ ਜੀ ਜੀ। ਉਹ ਪ੍ਰੋਸੀਜਰ ਜੇ ਉਹਨਾਂ ਦਾ ਬਹੁਤ ਸਲੋ ਹੈ। ਸਾਡੇ ਕੋਲ ਹਾਲੇ ਤੱਕ ਮਤਲਬ ਕੋਈ ਬੰਦਾ ਨਹੀਂ ਆਇਆ, 2 ਸਾਲ ਮੈਨੂੰ ਹੋ ਗਏ ਇੱਥੇ ਜੀ ਜੀ। ਐਂਡ ਪ੍ਰੋਸੀਜਰ ਇਜ਼ ਗੋਇੰਗ ਔਨ ਬਿਫੋਰ ਮੀ ਜੀ ਜੀ। ਮੇਰੇ ਆਉਣ ਤੋਂ ਪਹਿਲਾਂ ਦਾ ਪ੍ਰੋਸੀਜਰ ਚੱਲਦਾ ਪਿਆ, ਸੋ ਯੂ ਕੈਨ ਅੰਡਰਸਟੈਂਡ ਵੀ ਕੀ ਡਿਫਿਕਲਟੀਜ਼ ਨੇ। ਤੇ ਇਹ 1 ਸਾਲ ਦਾ ਹੋਏਗਾ ਇਹਨਾਂ ਦਾ ਆਊਟਸੋਰਸ, ਕਿ 2 ਸਾਲ ਦਾ ਜੀ? ਸਰ ਕੋਈ ਹੁੰਦਾ ਨਹੀਂ ਜੀ, ਸਾਡੇ ਨਾਲ ਕੰਟਰੈਕਟ ਏਜੰਸੀ ਦਾ 1 ਸਾਲ ਦਾ ਹੁੰਦਾ ਹੈ, ਉਹ ਫਿਰ ਅੱਗੇ ਵੱਧਦਾ ਰਹਿੰਦਾ ਹੈ। ਆਊਟਸੋਰਸ ਜਿਹੜਾ ਤੁਸੀਂ ਗੱਲ ਨੂੰ ਸਮਝੋ ਨਾ, ਆਊਟਸੋਰਸ ਇਜ਼ ਨਾਟ ਆਵਰ EMPLOYE ਜੀ ਜੀ। ਉਹ ਹਾਇਰ ਕੀਤਾ, ਉਹ ਕੱਲ ਨੂੰ ਕੋਈ ਸਾਨੂੰ ਦਿੱਕਤ ਹੈ, ਅਸੀਂ ਏਜੰਸੀ ਨੂੰ ਕਹਿ ਦਾਂਗੇ ਵੀ ਸਾਨੂੰ ਇਹ ਬੰਦੇ ਨਹੀਂ ਠੀਕ ਹੈ, ਤੇ ਜੇ ਕੋਈ ਜਾਣਾ ਚਾਹੇਗਾ ਤੇ ਉਹ ਵੈਸੇ ਤੱਕ ਜਾ ਸਕਦਾ। ਉਹਦੇ ਚ ਕੋਈ ਇਸ ਤਰ੍ਹਾਂ ਦੀ ਗੱਲ ਹੀ ਨਹੀਂ ਗੀ। ਚਲੋ ਬਹੁਤ ਬਹੁਤ ਥੈਂਕ ਯੂ, ਸ਼ੁਕਰੀਆ। ਸਾਨੂੰ ਧੰਨਵਾਦ ਦਿਓ ਵੀ ਸਾਡੀ ਜ਼ਰੂਰਤਾਂ ਪੂਰੀਆਂ ਹੋਣਗੀਆਂ, ਕੰਮ ਕਰਾਣਾ ਹੈ ਨਾ। ਨਹੀਂ ਧੰਨਵਾਦ ਤੇ ਨਾ ਸਰ, ਅਸਲ ਨਹੀਂ ਹੋਏਗਾ ਵੀ ਜੇ ਸਟਾਫ ਹੀ ਹੋਏਗਾ ਤੇ ਦਫ਼ਤਰ ਦਾ ਜਾਂ ਬੋਰਡ ਦਾ ਕੰਮ ਕਿਵੇਂ ਚੱਲੇਗਾ? ਨਹੀਂ ਧੰਨਵਾਦ ਤਾਂ ਠੀਕ ਹੈ, ਬਟ ਚੇਅਰਮੈਨ ਸਾਹਿਬ ਪ੍ਰੋਬਲਮ ਇਹ ਕਿ ਸਰਕਾਰਾਂ ਦੀਆਂ ਪਾਲਿਸੀਆਂ ਨੇ ਜਿਹੜਾ ਆਊਟਸੋਰਸ ਨਾ ਜੀ, ਇਹ ਚੋਰ ਮੋਰੀ ਦਰਵਾਜ਼ੇ ਸ਼ੁਰੂ ਹੋ ਗਏ, ਚੋਰ ਮੋਰੀ ਦਰਵਾਜ਼ੇ ਸ਼ੁਰੂ। ਡੋਮੇਨ ਇਜ਼ ਆਫ ਗਵਰਨਮੈਂਟ। ਮੈਂ ਤਾਂ ਕਹਿ ਰਿਹਾ ਮੈਨੂੰ ਅੱਜ ਰੈਗੂਲਰ ਰਿਕਰੂਟਮੈਂਟ ਕਰ ਦੇਣ, I will be most happy person। ਤੁਸੀਂ ਆਪ ਡਾਕਟਰ ਆਦਰਸ਼ਪਾਲ ਵਿਗ ਹੁਣਾਂ ਦੀ ਜ਼ੁਬਾਨੀ ਸਾਰੀ ਵਿਸਤਾਰ ਦੇ ਨਾਲ ਜਾਣਕਾਰੀ ਸੁਣੀ ਆ ਕਿ ਉਹ ਕਹਿ ਰਹੇ ਕਿ ਨਵੀਂ ਗੱਲ ਨਹੀਂ, ਸਾਨੂੰ ਤਾਂ ਬੜਾ ਦੇਰ ਦੇ ਨਾਲ ਪਤਾ ਲੱਗਾ ਕਿ ਆਊਟਸੋਰਸਿੰਗ ਦੇ ਜ਼ਰੀਏ ਵੀ ਬੰਦੇ ਭਰਤੀ ਕੀਤੇ ਜਾ ਸਕਦੇ। ਪਰ ਸਵਾਲ ਹੈ ਕਿ ਆਊਟਸੋਰਸਿੰਗ ਦੇ ਜ਼ਰੀਏ ਜਾਂ ਕੰਟਰੈਕਚੁਅਲ ਸਿਸਟਮ ਦੇ ਜ਼ਰੀਏ ਕਿਉਂ ਬੰਦੇ ਭਰਤੀ ਕੀਤੇ ਜਾ ਰਹੇ? ਇਹ ਜਿਹੜੇ ਚੋਰ ਮੋਰੀ ਦੇ ਦਰਵਾਜ਼ੇ ਸਰਕਾਰ ਨੇ ਨਵੇਂ ਲੱਭੇ ਨੇ, ਇਹ ਬੰਦ ਕਿਉਂ ਨਹੀਂ ਹੁੰਦੇ? ਨਵੀਂ ਗੱਲ ਨਹੀਂ ਕਿ ਆਮ ਆਦਮੀ ਪਾਰਟੀ, ਪਿਛਲੀਆਂ ਸਰਕਾਰਾਂ ਵੀ ਆਊਟਸੋਰਸਿੰਗ ਦੇ ਜ਼ਰੀਏ ਇਹ ਬੰਦੇ ਭਰਤੀ ਕਰਦੇ ਨੇ। ਹੋ ਸਕਦਾ ਕਿ ਆਊਟਸੋਰਸਿੰਗ ਜਿਹੜੀਆਂ ਏਜੰਸੀਆਂ ਨੇ ਉਹਦੇ 'ਚ ਪੰਜਾਬ ਦੇ ਅਫਸਰਾਂ ਦੀਆਂ ਸਾਂਝਾਂ ਹੋਣ, ਲੇਕਿਨ ਪੰਜਾਬ ਦੇ ਨੌਜਵਾਨੀ ਦੇ ਨਾਲ ਧੱਕਾ ਹੋ ਰਿਹਾ, ਧੋਖਾ ਹੋ ਰਿਹਾ। ਜਿੱਥੇ ਰੈਗੂਲਰ ਬੰਦੇ ਭਰਤੀ ਕੀਤੇ ਜਾਣੇ ਨੇ, ਉੱਥੇ ਪੰਜਾਬ ਦੇ IAS ਅਫਸਰ ਜਾਣਬੁੱਝ ਕੇ ਅਜਿਹੀਆਂ ਪਾਲਿਸੀਆਂ ਬਣਾਉਂਦੇ ਨੇ। ਕੰਟਰੈਕਚੁਅਲ ਸਿਸਟਮ ਆਊਟਸੋਰਸਿੰਗ ਦੇ ਜ਼ਰੀਏ ਬੰਦੇ ਭਰਤੀ ਕੀਤੇ ਜਾ ਰਹੇ ਨੇ। ਅਤੇ ਜੇ ਪੰਜਾਬ ਦੇ ਵਿੱਚ ਅੱਜ SDO ਰੈਂਕ ਦੇ ਜੇ ਬੰਦੇ ਆਊਟਸੋਰਸਿੰਗ ਏਜੰਸੀ ਦੇ ਨਾਲ ਭਰਤੀ ਕੀਤੇ ਜਾ ਰਹੇ ਨੇ, ਤੇ ਫਿਰ ਪੰਜਾਬ ਦੀ ਜਨਤਾ ਕਦੇ ਵੀ ਇਹਨਾਂ ਨੂੰ ਮਾਫ ਨਹੀਂ ਕਰੇਗੀ। ਫਿਰ ਆਉਣ ਵਾਲੇ ਸਮੇਂ 'ਚ ਮੰਨ ਕੇ ਰੱਖਿਆ ਜਾਣਾ ਚਾਹੀਦਾ, ਜਾਂ ਸਾਨੂੰ ਆਪਣੇ ਜ਼ਿਹਨ ਦੇ ਵਿੱਚ ਪਾ ਲੈਣਾ ਚਾਹੀਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ SDM, ਤਹਿਸੀਲਦਾਰ, BDPO, DSP, ETO, BDPO, ਤਹਿਸੀਲਦਾਰ, ਨਾਇਬ ਤਹਿਸੀਲਦਾਰ ਜਾਂ ਐਗਰੀਕਲਚਰ ਅਫਸਰ, ਜਿੰਨੇ ਵੀ ਡਿਪਾਰਟਮੈਂਟਾਂ ਦੇ ਵਿੱਚ ਕਲਾਸ 1 ਪੋਸਟ ਆ, ਉਹ ਵੀ ਫਿਰ ਆਊਟਸੋਰਸਿੰਗ ਦੇ ਜ਼ਰੀਏ ਹੋਇਆ ਕਰਨਗੇ। ਅਤੇ ਪੰਜਾਬ ਦੇ ਵਿੱਚ ਫਿਰ ਮੁੰਡੇ ਲਾਜ਼ਮੀ ਤੌਰ 'ਤੇ, ਕੁੜੀਆਂ ਮੁੰਡੇ ਪੱਕੇ ਤੌਰ 'ਤੇ ਕੈਨੇਡਾ ਸੈਟਲ ਹੋ ਜਾਣਗੇ ਕਿ ਜੇ ਉੱਥੇ ਆਊਟਸੋਰਸਿੰਗ ਦੇ ਜ਼ਰੀਏ ਬੰਦੇ ਭਰਤੀ ਕੀਤੇ ਜਾ ਰਹੇ ਨੇ। ਅਤੇ ਆਊਟਸੋਰਸਿੰਗ ਦੇ ਜ਼ਰੀਏ ਜੇ ਬੰਦੇ ਭਰਤੀ ਹੋ ਰਹੇ ਨੇ, ਇਹਦੇ 'ਚ ਇੱਕ ਗੱਲ ਦਾ ਇਹ ਵੀ ਖਦਸ਼ਾ ਕਿ ਉਹ ਵਾਕਈ ਪੰਜਾਬੀ ਨੇ ਜਾਂ ਫਿਰ ਗੈਰ ਪੰਜਾਬੀ ਭਰਤੀ ਕੀਤੇ ਜਾ ਰਹੇ ਨੇ। ਫਿਲਹਾਲ ਇਸ ਜਾਣਕਾਰੀ ਦੇ ਨਾਲ ਤੁਹਾਡੇ ਤੋਂ ਲੈਂਦੇ ਆਗਿਆ, ਪਰ ਤੁਸੀਂ ਇਸੇ ਤਰ੍ਹਾਂ ਦੇਖਦੇ ਰਹੋ ABC ਪੰਜਾਬ। ਧੰਨਵਾਦ।